ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੁਸ਼ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 50ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਬਰਾਗਨ ਮਹੱਲਾ ਚੌਥਾ। ਕੰਚਨ ਨਾਰੀ ਮੈਂ ਜੋ ਲਬੁਤ ਹੈ, ਮੋਹ ਮੀਠਾ ਮਾਇਆ। ਕਰ ਮੰਦਰ ਕੋੜੇ ਖੁਸ਼ੀ, ਮਨ ਅਨ ਰਸ ਲਾਇਆ। ਹਰ ਪ੍ਰਭ ਚਿਤ ਨ ਆਵਈ, ਕਿਉ ਛੂਟਾ ਮੇਰੇ ਹਰ ਰਾਇਆ। ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ। ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਓ। ਕੁਛ ਰੂਪ ਨਹੀਂ ਕੁਛ ਜਾਤ ਨਾਹੀਂ, ਕੁਛ ਢੰਗ ਨ ਮੇਰਾ। ਕਿਆ ਮੂੰਹ ਲੈ ਬੋਲੇ ਗੁਣ ਬਿਹੂਨ, ਨਾਮ ਜਪਿਆ ਨ ਤੇਰਾ। ਹਮ ਪਾਪੀ ਸੰਗ ਗੁਰ ਉਬਰੇ, ਪੁਨ ਸਤਿਗੁਰ ਕੇਰਾ। ਸਭ ਜਿਉ ਪਿੰਡ ਮੁਖ ਨਕ ਦਿਆ, ਵਰਤਨ ਕਿਉ ਪਾਣੀ। ਅੰਨ ਖਾਣਾ ਕੱਪੜ ਪਹਿਨਣ ਦਿਆ, ਰਸ ਅੰਨ ਭਗਾਣੀ। ਜਿਨ ਦੀਏ ਸੋ ਚਿਤ ਨ ਆਵਈ, ਪਸੂ ਸੋ ਹੋ ਕਰ ਜਾਣੀ। ਸਭ ਕੀਤਾ ਤੇਰਾ ਵਰਤਦਾ, ਤੂੰ ਅੰਤਰਜਾਮੀ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ। ਜਨ ਨਾਨਕ ਹਾਟ ਵਿਹਾਜਿਆ, ਹਰ ਗੁਲਮ ਗੁਲਾਮੀ। ਹਮ ਜੰਤ ਵਿਚਾਰੇ ਕਿਆ ਕਰੇ, ਸਭ ਖੇਲ ਤੁਮ ਸੁਆਮੀ। ਜਨ ਨਾਨਕ ਹਾਟ ਵਿਹਾਜਿਆ, ਹਰ ਗੁਲਮ ਗੁਲਾਮੀ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਉਸ ਪਰਮੇਸ਼ਰ ਨੇ ਸਾਨੂੰ ਹਰ ਤਰ੍ਹਾਂ ਦੀਆਂ ਦਾਤਾਂ ਦਿੱਤੀਆਂ ਹਨ, ਪਰ ਅਸੀਂ ਉਸ ਦੀਆਂ ਦਿੱਤੀਆਂ ਦਾਤਾਂ ਨੂੰ ਭੁੱਲ ਕੇ ਭਰਮ ਭੁਲੇਖੇ ਤੇ ਵਿਕਾਰਾਂ ਵਿੱਚ ਡੁੱਬੇ ਹੋਏ ਹਾਂ ਜੀ। ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸੋਨੇ ਅਤੇ ਇਸਤਰੀ ਵਿੱਚ ਮੇਰੀ ਜਿੰਦ ਲੁਭਾਇਮਾਨ ਹੈ ਜੀ, ਅਤੇ ਮਾਇਆ ਦਾ ਮੋਹ ਮਿੱਠਾ ਲੱਗ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਘਰ ਮਹਿਲ ਘੋੜਿਆਂ ਆਦਿ ਦੀ ਖੁਸ਼ੀ ਕਰਕੇ ਮਨ ਹੋਰਨਾਂ ਸਵਾਦਾਂ ਵਿੱਚ ਲੱਗਾ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹਰ ਪਰਮੇਸ਼ਰ ਚਿੱਤ ਵਿੱਚ ਨਹੀਂ ਆਉਂਦਾ। ਹੇ ਮੇਰੇ ਰਾਮ ਹਰ ਰਾਏ, ਮੈਂ ਇਸ ਮੋਹ ਤੋਂ ਕਿਵੇਂ ਮੁਕਤ ਹੋਵਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮੇਰੇ ਰਾਮ, ਹੇ ਹਰ, ਮੇਰੇ ਇਹ ਨੀਚ ਕਰਮ ਹਨ। ਹੇ ਗੁਣਾਂ ਦੇ ਸੁਆਮੀ, ਹੇ ਹਰ, ਹੇ ਦਿਆਲੂ, ਆਪਣੀ ਕਿਰਪਾ ਕਰਕੇ ਮੇਰੇ ਸਾਰੇ ਅਵਗੁਣ ਬਖਸ਼ ਦਿਓ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਨਾ ਮੇਰਾ ਕੁਝ ਰੂਪ ਹੈ, ਨਾ ਕੋਈ ਜਾਤ ਹੈ, ਅਤੇ ਨਾ ਹੀ ਕੋਈ ਆਚਾਰ ਹੈ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਗੁਣਾਂ ਤੋਂ ਸੱਖਣਾ ਕਿਹੜਾ ਮੂੰਹ ਲੈ ਕੇ ਤੇਰੇ ਨਾਲ ਗੱਲ ਕਰਾਂ ਜੀ। ਮੈਂ ਤਾਂ ਤੇਰਾ ਨਾਮ, ਗੁਰਸ਼ਬਦ ਗੁਰਬਾਣੀ ਨਾਮ ਵੀ ਨਹੀਂ ਜਪਿਆ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਪਾਪੀ ਗੁਰੂ ਦੇ ਸੰਪਰਕ ਕਾਰਨ ਤਰ ਗਏ ਹਾਂ ਜੀ। ਇਹ ਸਾਰਾ ਪੁੰਨ ਪ੍ਰਤਾਪ ਸਤਿਗੁਰ ਦਾ ਹੈ ਜੀ, ਪਰਮੇਸ਼ਰ ਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰਮੇਸ਼ਰ ਨੇ ਜਿੰਦ, ਸਰੀਰ, ਮੂੰਹ, ਨੱਕ ਆਦਿ ਸਭ ਕੁਝ ਦਿੱਤਾ ਹੈ, ਅਤੇ ਵਰਤਣ ਲਈ ਜਲ ਵੀ ਪ੍ਰਦਾਨ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅੰਨ ਖਾਣ ਲਈ, ਕੱਪੜੇ ਪਹਿਨਣ ਲਈ ਅਤੇ ਹੋਰ ਕਈ ਰਸ ਭੋਗਣ ਲਈ ਦਿੱਤੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਪਰਮੇਸ਼ਰ ਨੇ ਇਹ ਸਭ ਕੁਝ ਦਿੱਤਾ ਹੈ ਜੀ, ਉਹ ਕਦੇ ਵੀ ਮੇਰੇ ਮਨ ਚਿੱਤ ਵਿੱਚ
ਨਹੀਂ ਆਉਂਦਾ ਜੀ। ਭਾਵ ਮੈਂ ਉਹਨੂੰ ਭੁੱਲਿਆ ਪਿਆ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਮੈਂ ਪਸ਼ੂ ਸਭ ਕੁਝ ਆਪਣੇ ਕੀਤੇ ਦਾ ਸਿੱਟਾ ਸਮਝਦਾ ਹਾਂ ਜੀ, ਕਿ ਇਹ ਸਭ ਕੁਝ ਮੈਂ ਹੀ ਕੀਤਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪਰਮੇਸ਼ਰ, ਸਭ ਕੁਝ ਤੇਰਾ ਕੀਤਾ ਹੋਇਆ ਹੀ ਹੁੰਦਾ ਹੈ ਜੀ, ਅਤੇ ਤੂੰ ਹੀ ਅੰਤਰਜਾਮੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਸੀਂ ਵਿਚਾਰੇ ਜੀਵ ਕੀ ਕਰ ਸਕਦੇ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸਵਾਮੀ, ਇਹ ਸਾਰਾ ਤੇਰਾ ਹੀ ਖੇਲ ਰਚਿਆ ਹੋਇਆ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੱਟੀ ਤੋਂ ਖਰੀਦਿਆ, ਮੈਂ ਦਾਸ ਹੱਟੀ ਤੋਂ ਖਰੀਦਿਆ ਹੋਇਆ ਇੱਕ ਸੇਵਕ ਹਾਂ ਜੀ। ਹੇ ਹਰ ਪਰਮੇਸ਼ਰ, ਮੈਂ ਤੇਰੇ ਸੇਵਕਾਂ ਦਾ ਸੇਵਕ ਹਾਂ ਜੀ। ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ। ਗੁਰੂ ਜੀ ਦੱਸਦੇ ਹਨ ਕਿ ਸੰਸਾਰਿਕ ਪ੍ਰਪੰਚ ਵਿੱਚ ਫਸਿਆ ਹੋਇਆ ਮਨੁੱਖ ਹਉਮੈ ਵਸ ਹੋ ਕੇ, ਵਿਕਾਰਾਂ ਵਸ ਹੋ ਕੇ ਸਭ ਕੁਝ ਆਪਣਾ ਕੀਤਾ ਕਰਾਇਆ ਸਮਝਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇਹ ਸਭ ਕੁਝ ਕਰਨ ਲਈ ਕੇਵਲ ਪਰਮੇਸ਼ਰ ਸਮਰੱਥ ਹੈ ਜੀ, ਅਤੇ ਉਹ ਹੀ ਸਭ ਕੁਝ ਕਰ ਰਿਹਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਨੂੰ ਉਸਦਾ ਸੇਵਨ ਬਣ ਕੇ ਵਿਚਰਨ ਵਿੱਚ ਹੀ ਲਾਇਬ ਹੈ ਜੀ। ਇਸ ਸ਼ਬਦ ਵਿੱਚ ਪਰਮੇਸ਼ਰ ਅੱਗੇ ਅਰਦਾਸ ਕਰਨ ਦੀ ਜਾਚ ਸਿੱਖਣੀ ਹੋਵੇ ਤਾਂ ਉਹ ਇਸ ਸ਼ਬਦ ਵਿੱਚ ਹੈ ਜੀ। ਜਿਸ ਤਰ੍ਹਾਂ ਇਸ ਸ਼ਬਦ ਦੀਆਂ ਇਹਨਾਂ ਪੰਕਤੀਆਂ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ, ਮੇਰੇ ਰਾਮ ਇਹ ਨੀਚ ਕਰਮ ਹਰ ਮੇਰੇ, ਗੁਣਵੰਤਾ ਹਰ ਹਰ ਦਿਆਲ, ਕਰ ਕਿਰਪਾ ਬਖਸ਼ ਅਵਗਣ ਸਭ ਮੇਰੇ ਰਹਾਓ। ਗੁਰੂ ਜੀ ਕਹਿੰਦੇ ਹਨ, ਮਾਇਆ ਦੇ ਮੋਹ ਅਤੇ ਹੋਰ ਦੁਨਿਆਵੀ ਬੰਧਨਾਂ ਤੋਂ ਛੁਟਕਾਰਾ ਪਾਉਣ ਲਈ ਹਉਮੈ ਵਿੱਚ ਕੀਤੇ ਲੱਖਾਂ ਕਰਮਾਂ ਨਾਲੋਂ ਇੱਕ ਵਾਰੀ ਨਿਮਰਤਾ ਨਾਲ ਜੁੜ ਕੇ ਕੀਤੀ ਹੋਈ ਅਰਦਾਸ, ਗੁਰਸ਼ਬਦ ਗੁਰਬਾਣੀ ਨਾਲ ਜੁੜ ਕੇ ਕੀਤੀ ਹੋਈ ਅਰਦਾਸ ਵਧੇਰੇ ਗੁਣਕਾਰੀ ਸਾਬਤ ਹੁੰਦੀ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਅਰਦਾਸ ਦਾ ਸਭ ਤੋਂ ਵੱਡਾ ਅੰਗ ਅਸਮਰੱਥਾ ਦਾ ਪ੍ਰਗਟਾਵਾ ਹੁੰਦਾ ਹੈ ਜੀ। ਜੇ ਸਿੱਖ ਦੇ ਹਿਰਦੇ ਵਿੱਚ ਇਹ ਅੰਸ਼ ਸਮਾ ਜਾਵੇ ਤਾਂ ਨਿਸ਼ਚੇ ਜਾਣੋ ਕਿ ਸੰਸਾਰ ਤੋਂ ਵਸ਼ ਹੀ ਉਸਦਾ ਜੀਵਨ ਬੇੜ ਪਾਰ ਹੋ ਜਾਵੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਜਿਸ ਤਰ੍ਹਾਂ ਇਹਨਾਂ ਪੰਕਤੀਆਂ ਵਿੱਚ ਮਾਇਆ ਵਿੱਚ ਗ੍ਰਸੇ ਇੱਕ ਪਾਪੀ ਦੀ ਦਸ਼ਾ ਦਰਸਾਈ ਹੈ ਜੀ, ਤੇ ਪ੍ਰਸ਼ਨ ਪੁੱਛਿਆ ਹੈ ਜੀ, ਕਿਉਂ ਛੂਟਾ ਮੇਰੇ ਹਰ ਰਾਇਆ। ਉੱਤਰ ਵਿੱਚ ਦੱਸਦੇ ਹਨ, ਹਮ ਪਾਪੀ ਸੰਗ ਉਬਰੇ ਪੁਨ ਸਤਿਗੁਰ ਕੇਰਾ। ਇਹ ਸਿਧਾਂਤ ਹੈ ਕਿ ਜਿਸ ਮਨੁੱਖ ਨੂੰ ਕਿਤੇ ਢੋਈ ਨਾ ਮਿਲੇ, ਉਹ ਗੁਰਸ਼ਬਦ ਗੁਰਬਾਣੀ ਦੀ ਸ਼ਰਨ ਵਿੱਚ ਆ ਜਾਵੇ ਤਾਂ ਉਸ ਦਾ ਕਾਰਜ ਰਾਸ ਹੋ ਜਾਵੇਗਾ ਜੀ। ਸੋ ਸਿਧਾਂਤ ਇਹ ਹੈ ਕਿ ਗੁਰਸ਼ਬਦ ਗੁਰਬਾਣੀ ਅੰਮ੍ਰਿਤ ਨਾਮ ਨਾਲ ਜੁੜਨਾ ਹੈ ਜੀ, ਅਤੇ ਉਸ ਪਰਮੇਸ਼ਰ ਦੇ ਹੁਕਮ ਦੀ ਸੋਝੀ ਹੁੰਦੀ ਹੈ ਜੀ, ਅਤੇ ਉਸ ਦੀ ਰਜ਼ਾ ਵਿੱਚ ਰਹਿਣ ਦੀ ਜਾਚ ਆਉਂਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।